ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਭਗਤ ਕਬੀਰ ਜੀਓ ਕੇ। ਕਬੀਰ ਗਰਭ ਨ ਕੀਜੀਏ, ਚਾਮ ਲਪੇਟੇ ਹਾਡ, ਹੈ ਵਰ ਉਪਰ ਸਤਰ ਧਰ, ਤੇ ਫੁਨ ਧਰਤੀ ਗਾੜ। कबीर गर्भ न कीजिए, चाम लपेटे हाड, है वर ऊपर सतर तर, ते फुन धरती धरनी गाड़। की समझाते हैं भगत जी? कबीर गर्भ न कीजिए। आशा की वार आप सतगुਰਾਂ ਦੇ ਵਚਨ ਲਈਏ ਤਾਂ ਆਪਾਂ ਨੂੰ ਹੋਰ ਸਖਾਲਾ ਹੋ ਜੇ ਸਮਝਣ ਨੂੰ। ਗਰਭ ਕੀ ਹੁੰਦਾ ਹੈ? हौमे दीर्घ रोग है, दारू बीस माहे, ਕਿਰਪਾ ਕਰੇ ਤਾਂ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਜਦ ਗੁਰਾਂ ਦੇ ਵਚਨ ਨੇ ਸਤਿਗੁਰਾਂ ਦੇ ਕਿ ਗੁਰ ਸ਼ਬਦ ਦੀ ਵਿਚਾਰ ਕੁਦਰਤ ਦੀ ਕਿਰਪਾ ਤੋਂ ਬਿਨਾ, ਨਾਮ ਰੂਪੀ ਦਵਾਈ ਲਏ ਤੋਂ ਬਿਨਾ ਇਹ ਸਾਨੂੰ ਸਮਝ ਨਹੀਂ ਆ ਸਕਦੀ। ਫਿਰ ਸਾਡੀ ਮੱਤ ਨਾਲ ਸਾਨੂੰ ਪਤਾ ਹੀ ਨਹੀਂ ਲੱਗਣਾ ਗਰਭ ਕੀ ਹੈ, ਹੰਕਾਰ ਕੀ ਹੈ। ਹੰਕਾਰ ਇੰਨਾ ਵੱਧ ਜਾਂਦਾ ਹੈ ਜਾਨੂੰ ਸਮਾਂ ਆ ਜਾਂਦਾ, ਕਾਲ ਆ ਜਾਂਦਾ ਹੈ, ਬਿਰਧ ਪਿਓ ਸੂਝੇ ਨਹੀਂ, ਸਾਡਾ ਜੀਵਨ ਸੁਪਨੇ ਵਾਂਗੂ ਨਿਕਲ ਜਾਂਦਾ ਹੈ, ਬੁਢਾਪਾ ਆ ਜਾਂਦਾ, ਕਾਲ ਪਹੁੰਚੇ ਆਉਣ ਜਾਨੂੰ ਸਮਾਂ ਆ ਜਾਂਦਾ ਹੈ। ਜੋ ਅਸੀਂ ਕੀਤਾ ਹੁੰਦਾ ਹੈ ਉਹ ਸਾਡੇ ਨਾਲ ਫਿਰ ਜਾਂਦਾ ਹੈ। ਅਪਰਾਧ ਕੀਤੇ ਆ ਜਾਂ ਚੰਗੇ ਕਰਮ ਕੀਤੇ ਆ, ਦੋ ਹੀ ਸਾਡੇ ਨਾਲ ਹੁੰਦੇ ਨੇ। ਗਰਭ ਇੱਕ ਚਿੰਤਾ, ਆਪਾਂ ਨੂੰ ਬਾਣੀ ਤੋਂ ਪਤਾ ਲੱਗਦਾ ਹੈ। ਚਿੰਤਾ ਜਾਏ ਮਿਟੇ ਹੰਕਾਰ, ਸਤਿਗੁਰਾਂ ਦੇ ਵਚਨ ਨੇ ਸੁਖਮਨੀ ਸਾਹਿਬ 'ਚ। ਚਿੰਤਾ 'ਚੋਂ ਹੰਕਾਰ ਪੈਦਾ ਹੁੰਦਾ ਹੈ, ਉਹੀ ਆਪਣਾ ਜੰਮਣ ਮਰਨਾ ਹੈ। ਚਿੰਤਾ ਕਿਵੇਂ ਜਾਊ? ਚਿੰਤਾ ਜਾਏ ਮਿਟੇ ਹੰਕਾਰ, ਗੁਰ ਸ਼ਬਦ ਦੀ ਕਮਾਈ ਨਾਲ ਚਿੰਤਾ ਘਟਦੀ ਹੈ। ਜੀਵਾਤਮਾ ਫਿਰ ਕੁਦਰਤ 'ਤੇ ਭਰੋਸਾ ਬਣਾ ਲੈਂਦੀ ਹੈ। ਅਨੇਕਾਂ ਉਪਦੇਸ਼ ਨੇ ਆਪਣੇ ਕੋਲ ਬਾਣੀ ਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤੇਰੀ ਹੈ ਜਲ ਮੇਂ ਜੰਤ ਉਪਾਏ, ਤਿਨਾ ਪੀਰੋਜੀ ਦੇ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੀ ਅਗਨਤ ਪਰੇ ਭੰਡਾਰ। ਦਿੰਦਾ ਦੇ ਲੈਂਦੇ ਥਕ ਪਾਏ, ਜੁਗਾ ਜਗੰਤਰ ਖਾਈ ਖਾਏ। ਯੁਗਾਂ ਤੋਂ ਭਾਵ ਜਦ ਤੋਂ ਸ੍ਰਿਸ਼ਟੀ ਸਾਜੀ ਹੈ, ਸਮੇਂ ਤੋਂ ਕੁਦਰਤ ਪਾਲਣਾ ਕਰ ਰਹੀ ਹੈ ਸਾਰੇ ਜੀਵਾਂ ਦੀ। ਆਪਾਂ ਨੂੰ ਗੁਰਬਾਣੀ ਦੇ ਰਾਹੀਂ ਪਤਾ ਲੱਗਦਾ ਹੈ ਜੋ ਕੁਛ ਬਣਾਇਆ ਉਹਨੇ ਸਾਰੇ ਜੀਵਾਂ ਖਾਤਰ ਬਣਾਇਆ। ਅੰਡਜ ਜੇਰਜ ਸੀਤਜ ਉਤਪਜ ਤੇਰੇ ਕੀਤੇ ਜੰਤ। ਜਿੰਨੀ ਕਾਇਨਾਤ ਅਸੀਂ ਦੇਖਦੇ ਹਾਂ ਸਾਰੀ ਦੀ ਪ੍ਰਤਿਭਾਲ ਵੀ ਕਰ ਰਿਹਾ। ਕਰ ਕਰ ਦੇਖੇ ਕੀਤਾ ਆਪਣਾ, ਤਿਸ ਦੀ ਵਡਿਆਈ। ਉਹਦੀ ਵਡਿਆਈ ਹੋਰ ਵੱਡੀ ਹੋ ਜਾਂਦੀ ਹੈ ਜਦੋਂ ਅਸੀਂ ਗੁਰ ਸ਼ਬਦ ਦੀ ਕਮਾਈ ਦੇ ਵਿੱਚ ਲੱਗਦੇ ਹਾਂ। ਫਿਰ ਸਾਨੂੰ ਗਿਆਨ ਹੁੰਦਾ ਹੈ, ਗਿਆਨ ਤੋਂ ਬਾਅਦ ਮਨ ਨੀਵਾਂ ਹੁੰਦਾ ਹੈ। ਗਿਆਨ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਪਰ ਜਿਹੜੀ ਅਸੀਂ ਭਗਤੀ ਦੇ ਭਰਮ ਪਾਲ ਲੈਂਦੇ ਹਾਂ ਆਪਦੀ ਮੱਤ ਨਾਲ, ਸਰੀਰ ਕਰਕੇ ਪੂਰਨ ਹੋ ਜਾਂਦੇ। ਸਾਰੀ ਧਰਮ ਪਿੱਛੇ ਤੋਂ ਆਪਾਂ ਇਹੀ ਕੁਛ ਕਰਦੇ ਆਏ ਹਾਂ। ਪ੍ਰਚਲਿਤ ਮੱਤਾਂ ਜੋ ਵੀ ਆਪਾਂ ਬੈਕਗਰਾਊਂਡ ਦੇਖਾਂਗੇ ਮੱਤਾਂ ਦੀ, ਉਹਨੂੰ ਜੋ ਕੀ ਹੰਕਾਰ ਹੀ ਮਿਲਿਆ ਉਹ ਆਪਾਂ ਨੂੰ ਕਿਵੇਂ ਪਤਾ ਲੱਗਦਾ? ਗੁਰ ਸ਼ਬਦ ਦੇ ਗਿਆਨ ਤੋਂ। ਅਨਕ ਤਪੱਸਿਆ ਕਰੇ ਹੰਕਾਰ, ਗਰਭ ਹੋ ਗਿਆ ਨਾ ਤਪੱਸਿਆ, ਉੱਥੋਂ ਗਿਆਨ ਤਾਂ ਪੈਦਾ ਨਹੀਂ ਹੋਇਆ। ਮੌਨ ਧਾਰ ਲਈ, ਸਮਾਧੀ ਲਾ ਲਈ ਸਰੀਰ ਦੀ, ਗਿਆਨ ਤਾਂ ਪੈਦਾ ਨਹੀਂ ਹੋਇਆ। ਹੰਕਾਰ ਤਾਂ ਫਿਰ ਗਿਆਨ ਨਾ ਜਾਣਾ ਸੀ। ਜੇ ਅਸੀਂ ਤੀਰਥ ਵਰਤ ਦਾਨ ਵੀ ਕੀਤੇ, ਉਹਨਾਂ 'ਚੋਂ ਕੀ ਮਿਲਿਆ? ਉਹ 'ਚੋਂ ਵੀ ਹੰਕਾਰ ਮਿਲਿਆ। ਇਹ ਨਹੀਂ ਕਿ ਆਪਾਂ ਕਰਨੇ ਨਹੀਂ ਹੈਗੇ, ਉਹਨੂੰ ਸਮਝ ਕੇ ਕਰਨਾ ਹੈ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਯਹ ਪ੍ਰਸਾਦ ਕਰੇ ਬਹੁ ਪੁੰਨ ਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ। ਹੈ ਜੀਵ ਧਿਆਨ ਰੱਖੇ ਸਾਰਾ ਕੁਛ ਹੈ ਕਿਸ ਦਾ? ਜੇ ਦੇ ਵੀ ਰਿਹਾ ਤਾਂ ਉਹਦੀ ਕਿਰਪਾ ਹੈ, ਉਹਦੀ ਕਿਰਪਾ ਰਹਿਮਤ ਲਾ। ਉਹ ਧਿਆਨ ਰੱਖ, ਸਾਰਾ ਕੁਛ ਉਹਦਾ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਬਹੁਤ ਵੱਡਾ ਖੇਲ ਹੈ ਕੁਦਰਤ ਦਾ। ਇਹ ਜੀਵੇ ਨੂੰ ਆਪਦਾ ਆਪ ਸਮਝੀ ਬੈਠਾ, ਉਹੀ ਦੁੱਖ ਹੈ ਸਾਨੂੰ। ਉਹ 'ਚੋਂ ਫਿਰ ਹੰਕਾਰ ਹੁੰਦਾ ਰਹਿੰਦਾ ਹੈ। ਮਾਇਆ ਘਟਦੀ ਵੱਧਦੀ ਰਹਿੰਦੀ ਹੈ, ਸਾਡੇ ਸੁਭਾਅ 'ਚ ਤਬਦੀਲੀ ਆਉਂਦੀ ਰਹਿੰਦੀ ਹੈ। ਉਹਨੂੰ ਬਾਣੀ ਵਿੱਚ ਗਰਭ ਕਿਹਾ ਹੋਵੇ। ਕਿਵੇਂ ਜਾਊਗਾ? ਕਿਰਪਾ ਕਰੀ ਤਾਂ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਉਹੀ ਭਗਤ ਜੀ ਸਮਝਾਉਂਦੇ ਨੇ। ਆਪਾਂ ਬਚਨ ਲਈਏ ਭਗਤ ਜੀ ਦੇ ਸ਼ਲੋਕ ਦੇ। ਕਬੀਰ ਗਰਭ ਨਾ ਕੀਜੀਏ, ਚਾਪ ਲਪੇਟੇ ਹਾਡ। ਕਾਹਦਾ ਗਰਭ ਕਰਦੇ ਭਾਈ? ਜਿਹੜਾ ਸਰੀਰ ਦਿੱਤਾ ਵਾ, ਸਰੀਰ ਰੂਪੀ ਕੱਪੜਾ
ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ, ਜਪਜੀ ਸਾਹਿਬ ਸਮਝਾਇਆ। ਕਿਰਪਾ ਨਾਲ ਉਹਦੀ ਨੇ ਸਰੀਰ ਮਿਲਿਆ। ਹੁਣ ਨਜ਼ਰ ਲੈਣੀ ਆ ਆਪਾਂ, ਰਹਿਮਤ ਲੈਣੀ ਆ ਉਹਦੀ, ਨਾਮ। ਜੀ ਹੁਣ ਆਪਾਂ ਨਾਂ ਲਈ, ਫਿਰ ਕੱਪੜਾ ਦਾ ਸਰੀਰ ਰੂਪੀ ਆਪਾਂ ਨੂੰ ਮਿਲਦਾ ਰਹੂ। 84 ਲੱਖ ਜੂਨੀ ਨੂੰ ਫਿਰ ਚਲੇ ਜਾਵਾਂਗੇ। ਬਹੁਤ ਸਜਾਏ ਪਿਆ ਦੇਸ ਲੰਮੀ, ਇਹਦਾ ਗਰਬ ਨਹੀਂ ਕਰ ਰਿਹਾ, ਇਹਨੂੰ ਸਮਝਣਾ ਵਾ। ਇਹ ਵਿਚਾਰਧਾਰਾ ਨਾਲ ਜੁੜ ਕੇ ਪਹਿਲਾਂ ਆਪ ਸਮਝਣਾ, ਫਿਰ ਦੂਏ ਨੂੰ ਸਮਝਾਉਣਾ। ਇਹ ਸੇਵਾ ਆਪ ਜਪੇ ਅਬਰੇ ਨਾਮ ਜਪਾਵੇ, ਨਾਮ ਬਾਰੇ ਸਮਝਾਉਣਾ, ਇਹੀ ਸੇਵਾ ਭਾਈ। ਪਰ ਉਹਦੀ ਕਿਰਪਾ ਰਹਿਮਤ ਤੋਂ ਬਿਨਾਂ ਸਾਨੂੰ ਸਮਝ ਆ ਜਾਵੇ ਕਦੇ ਵੀ ਨਹੀਂ ਹੋ ਸਕਦਾ ਵਾ। ਅਸੀਂ ਸੰਸਾਰੀ ਜੀਵ ਹਾਂ, ਕਾਲਪਨਿਕ ਜੀਵ ਹਾਂ। ਉਹ 'ਚੋਂ ਕੀ ਪੈਦਾ ਕਰਦੇ ਹਾਂ? ਹੰਕਾਰ। ਉਹੀ ਭਗਤ ਜੀ ਨੇ ਸਮਝਾਇਆ, ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਹੜ। ਕੀ ਹੈ ਤੇਰੇ ਸਰੀਰ ਦਾ, ਕਾਹਦਾ ਗਰਭ ਕਰਦਾ ਹੈ? ਹੱਡੀਆਂ ਦੇ ਉੱਪਰ ਚਮੜ ਪੋਸ਼ ਕੀਤਾ ਹੈ ਉਹਨੇ, ਆਤਮਾ ਇਹਦੇ ਨਾਲ ਜੁੜੀ ਹੋਈ ਹੈ। ਇਹਨੂੰ ਆਪਦਾ ਸਰੀਰ ਮੰਨੀ ਜਾਂਦੀ ਹੈ ਚੇਤਨਾ। ਜਦੋਂ ਗਿਆਨ ਹੁੰਦਾ ਫਿਰ ਇਹਨੂੰ ਛੱਡ ਦਿੰਦੀ ਹੈ। ਪਹਿਲਾਂ ਬੁੱਧੀ ਮਨ ਨਾਲ ਜੁੜ ਕੇ ਸੰਸਾਰ ਨਾਲ ਜੁੜੀ ਰਹਿੰਦੀ ਹੈ। ਜਦੋਂ ਸੂਝਵਾਨ ਹੋ ਜਾਂਦੀ ਹੈ, ਗੁਰੂ ਦੀ ਕਿਰਪਾ ਹੁੰਦੀ ਹੈ ਗਿਆਨ ਨਾਲ, ਫਿਰ ਮਨ ਨੂੰ ਜਿੱਤ ਕੇ, ਮਨ ਨੂੰ ਵਸ਼ ਕਰਕੇ, ਮਨ ਜੀਤੇ ਜਗ ਜੀਤ, ਫਿਰ ਅੰਤਰਾਤਮਾ ਅਤਰੀਬ ਦੁਨੀਆ ਸੰਤ ਲੋਕ ਚੜੀ ਜਾਂਦੀ ਹੈ। ਇਹ ਦੋ ਹੀ ਪੱਖ ਨੇ ਭਾਈ ਸੰਸਾਰ ਦੇ ਵਿੱਚ। ਇਹਨੂੰ ਸਮਝਾਂਗੇ, ਜਿਹੜਾ ਸਮਝੂਗਾ ਇਹ ਰਾਹ 'ਤੇ ਚੱਲੂਗਾ, ਉਹਨੂੰ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਝੂਠਾ ਜੋ ਨਾ ਵਿਚਾਰੇ, ਝੂਠੇ ਅਸੀਂ ਵਿਚਾਰਦੇ ਨਹੀਂ ਹੈਗੇ। ਅਸੀਂ ਤਾਂ ਗੁਰੂ ਭਗਤਾਂ ਨੂੰ ਉਪਦੇਸ਼ ਕਰਦੇ ਨੇ ਵਿਚਾਰਨਾ ਕੀ ਹੈ, ਫਿਰ ਉੱਥੋਂ ਅਸੀਂ ਕਿਰਾਏ ਪੈ ਜਾਂਦੇ ਹਾਂ। ਅੱਜ ਦੇਖ ਲਓ ਸੰਸਾਰ ਦੇ ਵਿੱਚ ਕਿੰਨੀਆਂ ਮੱਤਾਂ ਪੈਦਾ ਹੋ ਗਈਆਂ। ਇਹ ਕੀ ਹੈ? ਮਾਨਵ ਸੋਚ। ਪਹਿਲਾਂ ਵੀ ਐਂ ਚੱਲਦਾ ਆਇਆ। ਜਿਹੜੇ ਗੁਰ ਕੀ ਮੱਤ ਲੈ ਲੈਣਗੇ ਉਹ ਆਪਦੇ ਘਰ ਚਲੇ ਜਾਣਗੇ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ, ਹੰਕਾਰ ਗਰਭ ਨਿਵਾਰ ਕੇ ਆਪਦੇ ਘਰ ਪਹੁੰਚਣਗੇ। ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ। ਸੁਖਮਨੀ ਸਾਹਿਬ ਸਤਿਗੁਰਾਂ ਦਾ ਸਲੋਕ ਆਪਾਂ ਲਿਆ, ਆਪਾਂ ਨੂੰ ਹੋਰ ਚੰਗੀ ਤਰ੍ਹਾਂ ਸਮਝ ਆ ਜਾਵੇ। ਸੁਖੀ ਕੌਣ ਵਸਦੇ ਨੇ ਇੱਥੇ? ਜਿਹੜੇ ਮਸਕੀਨ ਹੋ ਜਾਂਦੇ ਨੇ। ਮਸਕੀਨ ਤੋਂ ਭਾਵ ਤਿਆਗ ਕਰ ਦਿੰਦੇ ਨੇ ਮਾਇਆ ਦਾ, ਆਪ ਨਿਵਾਰ ਤਲੇ ਆਪਦੀ ਹੋਂਦ ਨੂੰ ਖਤਮ ਕਰ ਦਿੰਦੇ ਨੇ, ਆਪਦੀ ਮੱਤ ਨੂੰ ਖਤਮ ਕਰ ਦਿੰਦੇ ਨੇ। ਨਿਵਾਰ ਕੇ ਅਤਰੀਬ ਦੁਨੀਆ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ, ਦੇਵ ਲੋਕ ਪਹੁੰਚ ਜਾਂਦੇ ਨੇ। ਉਹੀ ਤਾਂ ਗੁਰਸਿੱਖ ਨੇ ਭਾਈ ਜਿੰਨੀ ਨਾਮ 'ਤੇ ਆਇਆ। ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਜਿਹੜਾ ਹੰਕਾਰ ਪੈਦਾ ਹੁੰਦਾ ਫਿਰ ਉਹਦਾ ਸਾਨੂੰ ਕੀ ਲਾਹਾ ਮਿਲਦਾ, ਕੀ ਸਜ਼ਾ ਮਿਲਦੀ ਹੈ? ਜੰਮਣ ਮਰਨ। ਬਹੁਤ ਸਜਾਏ ਪਿਆ ਦੇਸ ਲੰਮੇ, ਫਿਰ ਚਲੇ ਜਾਵਾਂਗੇ। ਇਹ ਨਹੀਂ ਕਰਨਾ ਭਾਈ। ਹੋਈ ਭਗਤ ਜੀ ਨੇ ਸਮਝਾਇਆ, ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਹਾਡ, ਹੈਵਰ ਉੱਪਰ 70 ਤਰਤੇ ਫੁਨ ਧਰਤੀ ਗਾੜ। ਪਿੱਛੇ ਤੋਂ ਪੜ੍ਹਦੇ ਹੀ ਆਏ ਆਪਾਂ, ਕਿਹੜੇ ਕਿਹੜੇ ਰਾਜੇ ਹੋਏ ਨੇ। ਹੈਵਰ ਘੋੜੇ ਹਾਥੀ ਸਿਰ 'ਤੇ ਉਹਨਾਂ ਦੇ 70 ਝੂਲਦੇ ਹੁੰਦੇ ਸੀ। ਕਿੱਥੇ ਗਏ ਭਾਈ? ਸਾਰੇ ਮਿੱਟੀ 'ਚ ਰਲ ਗਏ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜ ਕੇ ਆਪਾਂ ਗੁਰ ਕੇ ਚਰਨ ਬਾਣੀ ਦੀ ਪ੍ਰਾਪਤੀ ਕਰਕੇ ਆਪਣੇ ਘਰ ਪਹੁੰਚੀਏ। ਸਰੀਰ 'ਚ ਰਹਿੰਦੇ ਰਹਿੰਦੇ ਜਿੰਨੀ ਨਾਮ 'ਤੇ ਆਇਆ, ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।